ਵਿੱਚ ਨਵਾਂ ਫੇਰ ਜੀ। ਆਓ ਹੁਣ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰ ਦਾਤਾ ਗੁਰ ਹਿਵਾਇ ਘਰ, ਗੁਰ ਦੀਪਕ ਤਿਹ ਲੋਏ। ਅਮਰ ਪਦਾਰਥ ਨਾਨਕਾ, ਮਨ ਮਾਨਿਆ ਸੁਖ ਹੋਏ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛਤ। ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ, ਅਵਰ ਨ ਕੁੰਜੀ ਹੱਥ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਪਹਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੁਡੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਵਡ ਜੋਧਾ ਬਹੁ ਪੁਰਕਾਰੀ। ਦਲ ਭੰਜਨ ਗੁਰ ਸੂਰਮਾ, ਵਡ ਜੋਧਾ ਬਹੁ ਪਰ ਉਪਕਾਰੀ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਸਿਰ ਸ਼ਾਹਾਂ ਪਾਤਸ਼ਾਹ, ਨਿਹਚਲ ਚੌਰ ਛਤ। ਸਤਨਾਮ ਸ੍ਰੀ ਵਾਹਿਗੁਰੂ ਜੀ। ਚੌਪਈ। ਗੁਰੂ ਗ੍ਰੰਥ ਕੋਠੜੀ ਆਗੇ, ਲੱਗੋ ਦੀਵਾਨ ਅਧਿਕ ਰਸ ਭਾਗੇ। ਗੁਰੂ ਗ੍ਰੰਥ ਕੋਠੜੀ ਆਗੇ, ਲੱਗੋ ਦੀਵਾਨ ਅਧਿਕ ਰਸ ਭਾਗੇ। ਕਰਤ ਗੁਰਦਾਸ ਚੌਰ ਕਰ ਤਾਰਾ, ਸਾਹਿਬ ਬੁੱਢਾ ਪਾਠ ਉਚਾਰਾ। ਅਗਰਜ ਚੌਕੀ ਧਰਿਓ ਕੜਾਹਾ, ਗਾਵਤ ਰਾਗੀ ਅਧਿਕ ਉਮਾਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ। ਸਤਿਗੁਰੂ ਜੁਗੋ ਜੁਗ ਅਟਲ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਹੋ ਰਹੀ ਹੈ। ਗੁਰੂ ਕੀ ਪਾਵਨ ਹਜ਼ੂਰੀ ਦੇ ਅੰਦਰ ਸਿੱਖ ਗੁਰਦੁਆਰਾ ਸੈਨਹੋਜੇ ਵਿਖੇ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਨੇ। ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਬਾਣੀਆਂ ਦੇ ਪਾਠ, ਗੁਰਬਾਣੀ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਹੁਕਮਨਾਮਾ ਸਾਹਿਬ ਦੀ ਵਿਚਾਰ ਅਤੇ ਸੇਵਕ ਪਰਿਵਾਰ ਵੱਲੋਂ ਜੋ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਸੰਪੂਰਨਤਾ ਹੋਈ ਹੈ। ਗੁਰੂ ਘਰ ਦੇ ਸਮੂਹ ਸੇਵਾਦਾਰਾਂ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ ਸਹਿਜ ਪਾਠ ਸਤਿਗੁਰਾਂ ਦੇ ਸ਼ੁਕਰਾਨੇ ਵਜੋਂ ਆਰੰਭ ਸੰਪੂਰਨਤਾ ਹੋਈ ਹੈ। ਸੋ ਆਪ ਜੀ ਸਤਿਗੁਰਾਂ ਦੇ ਪਾਵਨ ਦਰ ਤੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਜਿਵੇਂ ਮਾਨਯੋਗ ਸਕੱਤਰ ਸਾਹਿਬ ਹੋਰਾਂ ਦਰਸਾਇਆ ਹੈ, ਅੱਜ ਦਾ ਦਿਹਾੜਾ ਇਤਿਹਾਸਕ ਤੌਰ ਤੇ ਉਹ ਦਿਹਾੜਾ ਆਪਾਂ ਮਨਾ ਰਹੇ ਹਾਂ ਜਿਸ ਦਿਹਾੜੇ
ਮੀਰੀ ਪੀਰੀ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਬੰਦੀ ਛੋੜ ਦਾਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਨੇ ਉਸ ਮਹਾਨ ਤਖਤ ਦੀ ਜਿਹੜੀ ਨੀਂਹ ਹੈ ਆਰੰਭਤਾ ਉਹ ਕੀਤੀ ਔਰ ਉਸ ਮਹਾਨ ਤਖਤ ਦਾ ਨਾਮ ਮਹਾਰਾਜ ਨੇ ਅਕਾਲ ਦਾ ਬੁੰਗਾ, ਅਕਾਲ ਦਾ ਤਖਤ ਜਿਹੜਾ ਸੀ ਉਹ ਰੱਖਿਆ। ਉਸ ਮਹਾਨ ਤਖਤ ਨੂੰ ਅੱਜ ਆਪਾਂ ਬੜੇ ਮਾਣ ਤੇ ਸਤਿਕਾਰ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪਾਵਨ ਨਾਮ ਨਾਲ ਸਾਰੇ ਜਾਣਦੇ ਤੇ ਉੱਥੇ ਸਿਰ ਝੁਕਾਉਂਦੇ ਹਾਂ। ਇਹ ਪ੍ਰਭੂ ਸਤਾ ਦਾ ਮਹਾਨ ਪ੍ਰਤੀਕ, ਧਰਮ ਤੇ ਰਾਜਨੀਤੀ ਦਾ ਕੇਂਦਰ, ਸੰਤ ਤੇ ਸਿਪਾਹੀ ਦੀ ਉਹ ਮਹਾਨ ਉੱਥੋਂ ਪਰਿਭਾਸ਼ਾ ਜਿਹੜੀ ਹੈ ਘੜੀ ਜਾਂਦੀ ਹੈ। ਇਹ ਉਹ ਤਖਤ ਹੈ ਜਿਸ ਰਾਜ ਦੀ ਤੇ ਧਰਮ ਦੀ ਗੱਲ ਜਗਤ ਗੁਰਦੇਵ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਰੰਭ ਕੀਤੀ ਸੀ, ਜਿਸ ਦੀ ਅਗਵਾਈ ਸਤਿਗੁਰੂ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਭਾਈ ਸੱਤਾ ਤੇ ਬਲਵੰਡ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਮਿਲਦੀ ਹੈ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ। ਗੁਰੂ ਨਾਨਕ ਨੇ ਉਹ ਰਾਜ ਦਾ ਆਰੰਭ ਕੀਤਾ, ਸੱਚ ਰੂਪ ਰਾਜ ਚਲਾਇਆ ਔਰ ਉਹ ਰਾਜ ਕਿਸੇ ਦੇ ਅੱਗੇ ਨਿਉਣ ਵਾਲਾ ਰਾਜ ਨਹੀਂ ਸੀ, ਬਲਕਿ ਉਸ ਰਾਜ ਨੂੰ ਆਰੰਭ ਕਰਦਿਆਂ ਮਹਾਰਾਜ ਨੇ ਉਸ ਸਮੇਂ ਦੇ ਹਾਕਮ ਬਾਬਰ ਨੂੰ ਜਾਬਰ ਆਖਿਆ ਔਰ ਮਹਾਰਾਜ ਨੇ ਇਹ ਬਚਨ ਵੀ ਕਹੇ, ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨ ਆਇਆ। ਸੋ ਉਸ ਚਲਦੀ ਹੋਈ ਰਾਜ ਤੇ ਧਰਮ ਦੀ ਪਰਿਭਾਸ਼ਾ ਨੂੰ ਹੀ ਮਹਾਰਾਜ ਛੇਵੇਂ ਸਤਿਗੁਰਾਂ ਨੇ ਤਖਤ ਦੇ ਰੂਪ ਅੰਦਰ ਪ੍ਰਗਟ ਕੀਤਾ। ਪਿੱਛੇ ਆਪਾਂ ਕੱਲ ਦੇ ਦੀਵਾਨ ਵਿੱਚ ਵੀ ਵਿਚਾਰ ਕੀਤੀ ਸੀ, ਜਦੋਂ ਲੜੀਵਾਰ ਮਹਾਰਾਜ ਦੀ ਪਾਵਨ ਗੁਰਬਾਣੀ ਦੀ ਕਥਾ ਦੌਰਾਨ ਕਿ ਮਹਾਰਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਲਾਹੌਰ ਅੰਦਰ ਹੋਈ। ਸ਼ਹਾਦਤ ਤੋਂ ਪਹਿਲਾਂ, ਲਾਹੌਰ ਜਾਣ ਤੋਂ ਪਹਿਲਾਂ ਮਹਾਰਾਜ ਇਹ ਹੁਕਮ ਕਰ ਗਏ, ਨੀਅਤ ਕਰ ਗਏ, ਗੁਰੂ ਨਾਨਕ ਦੀ ਇਸ ਗੱਦੀ ਦਾ ਗੁਰੂ ਜੋਤ ਦੇ ਵਾਰਸ ਹਰਗੋਬਿੰਦ ਜੀ ਹੋਣਗੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਉਮਰ 11 ਸਾਲ ਦੀ ਹੈ ਔਰ ਛੋਟੀ ਆਯੂ ਦੇ ਵਿੱਚ ਹੀ ਸਤਿਗੁਰਾਂ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਸਾਹਿਬਜ਼ਾਦਾ ਹਰਗੋਬਿੰਦ ਜੀ ਦੀ ਵਿੱਦਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਧਰਮ ਦੀ, ਰਾਜਨੀਤੀ ਦੀ ਵਿੱਦਿਆ ਮਹਾਰਾਜ ਨੂੰ ਦਿੱਤੀ। ਬਾਬਾ ਬੁੱਢਾ ਸਾਹਿਬ ਜੀ ਨੇ ਸ਼ਸਤਰ ਧਾਰੀ ਕਿਵੇਂ ਜੀਵਨ ਜਿਉਣਾ ਹੋ ਕੇ ਸ਼ਸਤਰ ਵਿੱਦਿਆ ਦਾ ਅਭਿਆਸ, ਘੋੜ ਸਵਾਰੀ ਦਾ ਅਭਿਆਸ ਮਹਾਰਾਜ ਨੂੰ ਕਰਵਾਇਆ। ਹੁਣੇ ਆਪਾਂ ਸਕੱਤਰ ਸਾਹਿਬ ਹੋਰਾਂ ਤੋਂ ਇਹ ਪ੍ਰੇਰਨਾ ਉਹ ਦੇ ਰਹੇ ਸਨ ਕਿ ਜੇ ਅੱਜ ਅਸੀਂ ਆਪਣਾ ਭਵਿੱਖ ਨਿਰਮਲ ਤੇ ਮਹਾਨ ਚਾਹੁੰਦੇ ਹਾਂ, ਆਉਣ ਵਾਲੀ ਸਾਡੀ ਪੀੜ੍ਹੀ ਬੱਚੇ ਵਾਕਿਆ ਗੁਰੂ ਕੇ ਦਰ ਨਾਲ, ਘਰ ਨਾਲ ਜੁੜੇ ਰਹਿਣ, ਤਾਂ ਸੰਗਤ ਜੀ ਸ਼ਸਤਰ ਧਾਰੀ ਹੋਣਾ, ਸ਼ਸਤਰ ਵਿਦਿਆ ਪ੍ਰਾਪਤ ਕਰਨੀ, ਇਹ ਅੱਜ ਦੇ ਸਮੇਂ ਦੀ ਅਤੀ ਜ਼ਰੂਰਤ ਹੈ। ਸੋ ਰਹੋ ਵਿਚਾਰ, ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੋਈ, ਸਤਿਗੁਰਾਂ ਨਾਲ ਗਏ ਸਿੱਖ ਵਾਪਸ ਆਏ। ਮਹਾਰਾਜ ਕਹਿਣ ਲੱਗੇ, ਹੁਣ ਜ਼ੁਲਮ ਦੇ ਵਧਦੇ ਹੋਏ ਕਦਮ ਜਿਹੜੇ ਨੇ, ਇਹਨਾਂ ਨੂੰ ਰੋਕਣ ਦੇ ਲਈ ਤਖਤ ਦੀ ਰਚਨਾ ਔਰ ਸ਼ਸਤਰ ਧਾਰੀ ਹੋਣਾ ਇਸ ਸਮੇਂ ਦੀ ਜ਼ਰੂਰਤ ਹੈ। ਉਸ ਮਹਾਨ ਰਾਜ ਸਤਾ ਨੂੰ ਪ੍ਰਤੱਖ ਰੂਪ ਅੰਦਰ ਸਾਹਮਣੇ ਲਿਆਉਣਾ, ਕਿਉਂਕਿ ਸਮੇਂ ਦੇ ਹਾਕਮ, ਸਮੇਂ ਦੀਆਂ ਉਹਨਾਂ ਸਰਕਾਰਾਂ ਨੇ, ਭਾਰਤ ਦੇ ਤਖਤ ਦੇ ਮਾਲਕ ਨੇ ਐਲਾਨ ਕੀਤਾ ਸੀ
ਨਾ ਕੋਈ ਦਿੱਲੀ ਦੇ ਤਖਤ ਦੇ ਬਰਾਬਰ ਤਖਤ ਬਣਾ ਸਕਦਾ ਹੈ, ਨਾ ਕੋਈ ਘੋੜੇ ਤੇ ਸਵਾਰੀ ਕਰ ਸਕਦਾ ਹੈ, ਨਾ ਕੋਈ ਨਗਾਰੇ ਤੇ ਚੋਟ ਲਾ ਸਕਦਾ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਰਾ ਕੁਝ ਹੋਵੇਗਾ। ਸੋ ਮਹਾਰਾਜ ਨੇ ਕਿਵੇਂ ਇਹ ਬਖਸ਼ਿਸ਼ਾਂ ਪ੍ਰਗਟ ਕੀਤੀਆਂ ਨੇ, ਥੋੜਾ ਜਿਹਾ ਪਿੱਛੋਂ ਪ੍ਰਸੰਗ ਆਪਾਂ ਸ਼ੁਰੂ ਕਰਕੇ ਸਮੇਂ ਦੇ ਵਿੱਚ ਸਮਾਪਤੀ ਕਰਨੀ ਹੈ। ਮਹਾਰਾਜ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਅੰਮ੍ਰਿਤਸਰ ਦੀ ਧਰਤੀ ਤੇ ਉਹ ਪਾਵਨ ਅਸਥਾਨ ਕੋਠਾ ਸਾਹਿਬ ਹੈ, ਜਿੱਥੇ ਸਤਿਗੁਰਾਂ ਦੇ ਅੱਜ ਵੀ ਪਾਵਨ ਸਵਰੂਪ ਸੁਖਾਸਨ ਅਸਥਾਨ ਬਣਿਆ ਹੋਇਆ ਹੈ, ਜਿੱਥੋਂ ਮਹਾਰਾਜ ਦੇ ਪਾਵਨ ਸਰੂਪ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਹੋਣ ਲਈ ਅੰਮ੍ਰਿਤ ਵੇਲੇ ਸੰਗਤਾਂ ਲੈ ਕੇ ਜਾਂਦੀਆਂ ਨੇ। ਸ਼ਾਮ ਨੂੰ ਫਿਰ ਮਹਾਰਾਜ ਦੇ ਪਾਵਨ ਸਰੂਪ ਉੱਥੇ ਬਿਰਾਜਮਾਨ ਕੀਤੇ ਜਾਂਦੇ ਨੇ। ਉਹ ਕੋਠਾ ਸਾਹਿਬ ਉਹ ਅਸਥਾਨ ਹੈ ਜਿੱਥੇ ਪਾਵਨ ਬੀੜ ਜਦੋਂ ਮਹਾਰਾਜ ਨੇ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਤਾਂ ਉੱਥੇ ਮਹਾਰਾਜ ਨੇ ਉਸ ਦਿਨ ਤੋਂ ਪਲੰਗ ਦੇ ਉੱਪਰ ਸਤਿਗੁਰਾਂ ਦੀ ਪਾਵਨ ਬਾਣੀ ਦੇ ਸਰੂਪ ਆਪ ਮਹਾਰਾਜ ਥੱਲੇ ਬਿਰਾਜਮਾਨ ਹੁੰਦੇ ਰਹੇ। ਰਹੋ ਵਿਚਾਰ ਉਸ ਅਸਥਾਨ ਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹੁਕਮ ਕੀਤਾ। ਮਹਾਰਾਜ ਦੇ ਹੁਕਮ ਅਨੁਸਾਰ ਭਾਈ ਬਿਧੀ ਚੰਦ ਸਾਹਿਬ ਗੁਰੂ ਦਾ ਉਹ ਪਿਆਰਾ ਸਿੱਖ, ਜਿਹਨੂੰ ਬਾਅਦ ਵਿੱਚ ਮਹਾਰਾਜ ਨੇ ਆਪਣਾ ਦਿਲ ਕਿਹਾ, ਆਪਣਾ ਹਿਰਦਾ ਕਿਹਾ, ਉਸ ਮਹਾਨ ਸਿੱਖ ਨੇ ਅੰਮ੍ਰਿਤ ਬਾਣੀ ਜਿਹੜੀ ਉਸ ਸਮੇਂ ਮਹਾਰਾਜ ਨੇ ਇਕੱਤਰਤ ਕਰਕੇ ਬੀੜ ਰੂਪ ਅੰਦਰ ਪ੍ਰਕਾਸ਼ ਕਰ ਦਿੱਤੀ ਸੀ, ਉਹਦਾ ਸਹਿਜ ਪਾਠ ਹੋਇਆ। ਸੋ ਆਓ ਇਤਿਹਾਸ ਦੇ ਅੰਦਰ ਜਿਹੜਾ ਇਤਿਹਾਸ ਹੈ ਸੰਗਤ ਜੀ, ਬਹੁਤ ਸਾਰਾ ਮਿਲਾਪ ਇਤਿਹਾਸ ਅੰਦਰ ਉਹ ਕੁਝ ਦੇ ਦਿੱਤਾ ਗਿਆ ਜਿਹੜਾ ਗੁਰਮਤਿ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ। ਪਰ ਇਹ ਸੱਚ ਹੈ ਕਿ ਮਨੁੱਖ ਦੇ ਸਰੀਰ ਵਿੱਚ ਕਿਤੇ ਕੋਈ ਜ਼ਖਮ ਆ ਜਾਵੇ, ਕੋਈ ਮੁਸ਼ਕਲ ਆ ਜਾਵੇ ਤਾਂ ਸਾਰਾ ਸਰੀਰ ਕਦੀ ਵੀ ਡਾਕਟਰ ਖਤਮ ਨਹੀਂ ਕਰਦੇ। ਇਤਿਹਾਸ ਦੀ ਕੁਝ ਇਸ ਤਰ੍ਹਾਂ ਦੀ ਸਾਡੀ ਹਾਲਤ ਕੌਮੀ ਤੌਰ ਤੇ ਬਣੀ ਹੋਈ ਹੈ। ਬਹੁਤ ਕੁਝ ਮਨਮੱਤੀ ਗੱਲਾਂ ਇਤਿਹਾਸ ਅੰਦਰ ਵਾੜ ਦਿੱਤੀਆਂ ਗਈਆਂ ਸਮੇਂ ਦੀਆਂ ਸਰਕਾਰਾਂ ਵੱਲੋਂ, ਪਰ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਵੀ ਐਸਾ ਕੁਝ ਹੋਇਆ ਹੈ। ਪਰ ਫਿਰ ਵੀ ਵਿਦਵਾਨਾਂ ਨੇ ਯਤਨ ਕੀਤਾ, ਕਿਉਂਕਿ ਇੱਕੋ ਇੱਕ ਵਾਹਦ ਗ੍ਰੰਥ ਹੈ, ਜਿਸ ਗ੍ਰੰਥ ਦੇ ਅੰਦਰ ਹੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਦਾ ਸਾਨੂੰ ਸਬੂਤ ਮਿਲਦਾ ਹੈ, ਵਰਣਨ ਆਉਂਦਾ ਹੈ। ਸੋ ਆਓ ਉਸ ਇਤਿਹਾਸਕ ਪੰਨਿਆਂ ਨੂੰ ਆਪਾਂ ਵਿਚਾਰੀਏ। ਮਹਾਰਾਜ ਦੇ ਇਸ ਪਾਵਨ ਤਖਤ ਰਚਨਾ ਦੀਆਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਵੱਡ ਯੋਧੇ ਆਖਿਆ ਹੈ, ਪਰ ਉਪਕਾਰੀ ਆਖਿਆ ਹੈ। ਔਰ ਵਾਕਿਆ ਮਹਾਰਾਜ ਮਹਾਨ ਯੋਧੇ ਨੇ, ਪਰ ਉਪਕਾਰੀ ਨੇ, ਬੰਦੀ ਛੋੜ ਦਾਤੇ ਨੇ। ਔਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੰਦਰ ਇਹ ਸਾਰੇ ਗੁਣ ਕਿਵੇਂ ਪ੍ਰਗਟ ਹੁੰਦੇ ਨੇ। ਪਿਆਰ ਤੇ ਸ਼ਰਧਾ ਨਾਲ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਸੀਸ ਝੁਕਾ ਕੇ ਉਸ ਸਮੇਂ ਦੇ ਪ੍ਰਸੰਗ ਨੂੰ, ਤਖਤ ਦੀ ਰਚਨਾ ਕਿਵੇਂ ਮਹਾਰਾਜ ਆਰੰਭ ਕਰਦੇ ਨੇ, ਪਿਆਰ ਸਹਿਤ ਸਰਵਣ ਕਰੀਏ। ਜਪੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਚੌਪਈ ਗੁਰੂ ਗ੍ਰੰਥ ਕੋਠੜੀ ਆਗੇ, ਲੱਗੋ ਦੀਵਾਨ ਅਦਕ ਰਸ ਭਾਗੇ। ਕੋਠਾ ਸਾਹਿਬ ਦੇ ਅਸਥਾਨ ਦੇ ਸਾਹਮਣੇ ਵਿਦਵਾਨ ਕਵੀ ਕਹਿੰਦੇ ਨੇ, ਗੁਰੂ ਕੇ ਰਬਾਬੀਆਂ ਨੇ ਗੁਰਬਾਣੀ ਕੀਰਤਨ ਦੀ ਆਰੰਭਤਾ ਕੀਤੀ। ਕਰਤ ਗੁਰਦਾਸ ਚੌਰ ਕਰ ਧਾਰਾ, ਸਾਹਿਬ ਬੁੱਢਾ ਪਾਠ ਉਚਾਰਾ। ਭਾਈ ਗੁਰਦਾਸ ਸਾਹਿਬ ਚੌਰ ਦੀ ਸੇਵਾ ਕਰਦੇ ਨੇ, ਬਾਬਾ ਬੁੱਢਾ ਸਾਹਿਬ ਅੰਮ੍ਰਿਤ ਬਾਣੀ ਦਾ ਉਚਾਰਨ ਪੜ੍ਹ ਰਹੇ ਨੇ। ਅਗਰ ਚੌਕੀ ਧਰਿਓ ਕੜਾ, ਗਾਵਤ ਰਾਗੀ ਅਦਕ ਉਮਾਹਾ। ਇੱਕ ਮਹਾਰਾਜ ਦੀ ਪਾਵਨ ਉੱਤੇ ਹਜ਼ੂਰੀ ਅੰਦਰ ਗੁਰੂ ਕੇ ਰਬਾਬੀ ਕੀਰਤਨ ਕਰ ਰਹੇ ਨੇ, ਔਰ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਬੜੇ ਸਤਿਕਾਰ ਨਾਲ ਚੌਂਕੀ ਦੇ ਉੱਪਰ ਸਜਾਈ ਹੋਈ ਹੈ। ਲੈ ਆਗਿਆ ਸਭ ਕੀ ਤਬੈ, ਬੁੱਢੇ ਪਾਇਓ ਭੋਗ। ਸੰਗਤਾਂ ਦੀ ਆਗਿਆ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਸੰਪੂਰਨ ਕੀਤੇ ਨੇ ਪਾਠ। ਰਾਗ ਮਾਲ ਪੜ ਪ੍ਰੇਮ ਸੋ, ਗੁਰੂ ਗ੍ਰੰਥ ਫਲ ਜੋਗ।
ਵਿਦਵਾਨਾਂ ਨੇ ਇੱਥੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ ਕਿ ਰਾਗ ਮਾਲਾ ਪੜ੍ਹ ਕੇ ਭੋਗ ਜਿਹੜਾ ਪਾਇਆ ਗਿਆ ਸੰਪੂਰਨ ਕੀਤਾ ਗਿਆ। ਪੁਨਾ ਰਮਾਲ ਗ੍ਰੰਥ ਪਰ ਪਾਇਓ, ਸਭ ਸੰਗਤ ਨਿਜ ਮੌਲ ਝੁਕਾਇਓ। ਮਹਾਰਾਜ ਨੂੰ ਸੁੰਦਰ ਦਿਸ਼ਾਲੇ ਭੇਟ ਕੀਤੇ, ਸੰਗਤ ਨੇ ਸੀਸ ਝੁਕਾਇਆ। ਜਰੀ ਪੁਸ਼ਾਕ ਅਮੋਲਕ ਚੀਨੀ, ਸਾਹਿਬ ਬੁੱਢੇ ਕੋ ਗੁਰ ਦੀਨੀ। ਮਹਾਰਾਜ ਨੇ ਸੰਗਤ ਜੀ ਅੱਜ ਵੀ ਕਈ ਵਾਰ ਵਿਚਾਰਾਂ ਚੱਲਦੀਆਂ ਨੇ। ਮਹਾਰਾਜ ਦੇ ਦਰ ਤੇ ਕੀਰਤਨੀਏ, ਗੁਰੂ ਕੇ ਵਿਚਾਰਕ ਪ੍ਰਚਾਰਕ, ਔਰ ਮਹਾਰਾਜ ਦੇ ਸਮੇਂ ਤੋਂ ਇਹ ਮਰਜ਼ਾਦਾ ਹੈ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸੁਨਹਿਰੀ ਬੇਸ਼ਕੀਮਤੀ ਜਿਹੜੀ ਹੈ ਪੁਸ਼ਾਕ ਉਹ ਭੇਟ ਕੀਤੀ ਹੈ, ਔਰ ਸਾਹਿਬ ਬੁੱਢੇ ਨੇ ਉਸ ਨੂੰ ਪ੍ਰਵਾਨ ਕੀਤਾ ਮਹਾਰਾਜ ਦੀ ਬਖਸ਼ਿਸ਼ ਨੂੰ। ਔਰ ਸਿੱਖਣ ਕੋ ਦਈ ਅਪਾਰਾ, ਰਬਾਬੀ ਰਾਗੀ ਜੋ ਦ੍ਰਿਸ਼ਟਾਰਾ। ਮਹਾਰਾਜ ਨੇ ਥਾਂ ਪਰ ਥਾਂ ਸਾਰਿਆਂ ਦਾ ਸਤਿਕਾਰ ਕੀਤਾ ਹੈ। ਰੀਤ ਗੁਰ ਨਾਨਕ ਜੋ ਆਈ, ਸੋ ਮਸੰਦ ਲਿਆਇਓ ਸੁਖ ਪਾਈ। ਹੁਣ ਉਹ ਸਮਾਂ ਆ ਗਿਆ ਜਿਹੜੀ ਗੁਰੂ ਨਾਨਕ ਸਾਹਿਬ ਤੋਂ ਇੱਕ ਮਰਜ਼ਾਦਾ ਚੱਲਦੀ ਆ ਰਹੀ ਸੀ ਕਿ ਗੁਰਤਾ ਦੀ ਉਹ ਜ਼ਿੰਮੇਵਾਰੀ ਕਿਵੇਂ ਦਿੱਤੀ ਜਾਂਦੀ ਸੀ। ਗੁਰ ਮੰਤਰ ਪੋਥੀ ਜੋ ਸੇਲੀ ਟੋਪੀ ਸਾਥ, ਉਹ ਪੋਥੀ ਸਾਹਿਬ ਅੰਮ੍ਰਿਤ ਬਾਣੀ ਦੀ ਔਰ ਉਹ ਵਸਤਾਂ ਭੇਟਾ ਕੀਤੀਆਂ। ਔਰ ਸੰਗਤ ਜੀ ਸੇਲੀ ਟੋਪੀ ਦਾ ਜਿਹੜਾ ਹੈ ਉਹ ਇੱਕ ਕਾਲੇ ਰੰਗ ਦੀ ਉੱਨ ਦੀ ਰੱਸੀ ਜੋ ਫਕੀਰ ਲੋਕ ਆਪਣੇ ਸਿਰ ਤੇ ਸਜਾਉਂਦੇ ਸਨ, ਬੰਨ੍ਹਦੇ ਸਨ, ਉਸ ਨੂੰ ਸੇਲੀ ਟੋਪੀ ਆਖਿਆ ਜਾਂਦਾ ਹੈ। ਉਹ ਸਾਰੀਆਂ ਵਸਤਾਂ ਸਾਹਮਣੇ ਲਿਆਂਦੀਆਂ। ਮਾਲਾ ਮੰਜੀ ਪਾਂਚੇ ਧਰ ਤਿਨ ਨਾਇਓ ਮਾਤ, ਇਹ ਸਾਰਾ ਕੁਝ ਰੱਖ ਕੇ ਨਮਸਕਾਰ ਕੀਤੀ ਹੈ। ਹਰ ਗੋਬਿੰਦ ਦਿਖ ਮਨ ਮੁਸਕਾਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਖ ਕੇ ਸਾਰਾ ਕੁਝ ਮਨ ਦੇ ਅੰਦਰ ਮੁਸਕਰਾਏ। ਮਹਾਰਾਜ ਹਰਖ ਵਿੱਚ ਆਏ। ਬੁੱਢੇ ਕੋ ਵਸ ਬੈਨ ਅਲਾਏ, ਬਾਬਾ ਬੁੱਢਾ ਸਾਹਿਬ ਨੂੰ ਮਹਾਰਾਜ ਕਹਿਣ ਲੱਗੇ ਇਹ ਮਸੰਦ ਕਿਆ ਰਾਖਿਓ ਆਗਰ। ਮਸੰਦ ਸ਼ਬਦ ਬੜਾ ਪਵਿੱਤਰ ਸੀ। ਹੁਣ ਇਹ ਸ਼ਬਦ ਮਸੰਦ ਜਦੋਂ ਅਸੀਂ ਵਰਤਦੇ ਹਾਂ ਤਾਂ ਧਰਮ ਦੇ ਰਸਤੇ ਤੋਂ ਭਟਕੇ ਹੋਏ ਸਾਡੇ ਵਰਗੇ ਲੋਕਾਂ ਲਈ ਸੰਗਤਾਂ ਵਰਤਦੀਆਂ ਨੇ, ਪਰ ਮਸੰਦ ਸ਼ਬਦ ਅਸਲ ਪ੍ਰਚਾਰਕਾਂ ਲਈ, ਗੁਰੂ ਕੇ ਪਿਆਰੇ ਸਿੱਖਾਂ ਲਈ ਮਹਾਰਾਜ ਦੇ ਸਮੇਂ ਪ੍ਰਸਿੱਧ ਸੀ। ਰਹੋ ਵਿਚਾਰ ਮਹਾਰਾਜ ਕਹਿਣ ਲੱਗੇ ਇਹ ਮਸੰਦ ਕਿਆ ਰਾਖਿਓ ਆਗਰ, ਬੁੱਢੇ ਕਹਿ ਸੁਣੀਏ ਸਾਗਰ। ਭਾਈ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਸੁੱਖਾਂ ਦੇ ਸਾਗਰ ਸਤਿਗੁਰੂ ਸੁਣੋ। ਤੁਮ ਤੇ ਬਾਤ ਨ ਕੋਇ ਛੁਪਾਈ, ਗੁਰੂ ਨਾਨਕ ਇਹ ਰੀਤ ਚਲਾਈ। ਤੁਹਾਡੇ ਤੋਂ ਕੋਈ ਲੁਕੀ ਛਿਪੀ ਗੱਲ ਨਹੀਂ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਰੀਤੀ ਮਰਜ਼ਾਦਾ ਚੱਲਦੀ ਆਈ ਹੈ। ਗੁਰਿਆਈ ਪ੍ਰਥਮ ਜਾਕੋ ਧਾਰੈ, ਬਹੁਰ ਗੁਰੂ ਹੋਏ ਜਗ ਨਿਸਤਾਰੈ। ਜਦੋਂ ਗੁਰਿਆਈ ਧਾਰਨ ਕਰਦੇ ਨੇ ਫਿਰ ਗੁਰੂ ਬਣ ਕੇ ਜਗਤ ਦਾ ਨਿਸਤਾਰਾ ਭਲਾ ਕਰਦੇ ਨੇ। ਹਰ ਗੋਬਿੰਦ ਗੁਰ ਤਬ ਕਹਾ, ਸੁਨ ਬੁੱਢਾ ਜੀ ਬੈਨ। ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਜੀ ਹੁਣ ਫਿਰ ਗੱਲ ਧਿਆਨ ਨਾਲ ਸੁਣੋ। ਕਾਲ ਪੁਰਖ ਬਚ ਕਿਆ ਕਹੈ, ਸਭ ਘਟ ਜਿਨ ਕੋ ਐਨ। ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਜਾਣੀ ਜਾਣ ਹੋ, ਔਰ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਕਰਤਾ ਪੁਰਖ ਵਾਹਿਗੁਰੂ ਜੀ ਨੇ ਕੀ ਬਚਨ ਕਹੇ ਨੇ ਔਰ ਕਿਸ ਤਰ੍ਹਾਂ ਦੇ ਮਹਾਨ ਉਹ ਉਪਦੇਸ਼ ਨੇ। ਇਸ ਕਰਕੇ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਤੇ ਗੁਰੂ ਕੀ ਵਿਚਾਰ ਹੋ ਰਹੀ ਹੈ। ਜੋ ਬਦਲਾ ਪਿਤ ਸੇਲੀ ਲਈਐ, ਤੋ ਹਮ ਸੇਲੀ ਸੀਸ ਧਰਈਏ। ਮਹਾਰਾਜ ਕਹਿਣ ਲੱਗੇ ਜੇ ਤਾਂ ਸੇਲੀ ਨਾਲ, ਇਸ ਇੱਕ ਰੱਸੀ ਦੇ ਨਾਲ ਬਦਲਾ ਲਿਆ ਜਾ ਸਕਦਾ ਹੈ, ਦੁਸ਼ਮਣ ਦੇ ਵੱਧਦੇ ਕਦਮਾਂ ਨੂੰ ਰੋਕਿਆ ਜਾ ਸਕਦਾ ਤਾਂ ਮੇਰੇ ਸਿਰ ਤੇ ਰੱਖ ਦਿਓ। ਸ਼ਸਤਰ ਧਾਰ ਜੇ ਬਦਲਾ ਪਾਵੈ, ਸ਼ਸਤਰ ਧਰੇ ਹਮਕੋ ਬਨ ਆਵੇ। ਮਹਾਰਾਜ ਕਹਿਣ ਲੱਗੇ ਸ਼ਸਤਰ ਧਾਰਨ ਕਰਨ ਨਾਲ ਜੇ ਦੁਸ਼ਮਣ ਨੂੰ ਮੁਕਾਇਆ ਜਾ ਸਕਦਾ ਤਾਂ ਫਿਰ ਉਹੀ ਜਿਹੜੇ ਸ਼ਸਤਰ ਨੇ ਉਹੀ ਮੈਨੂੰ ਸੁਹਾਵਣੇ ਲੱਗਦੇ ਨੇ, ਧਾਰਨ ਕਰਨੇ ਚਾਹੀਦੇ ਨੇ। ਸ੍ਰੀ ਗੁਰ ਕੇ ਜੋ ਬਚਨ ਸੁਣ, ਹਰਖ ਬੁੱਢੇ ਮਨ ਲੀਨ। ਮੋ ਮਨ ਐਸੇ ਬਚਨ ਕਹੇ,
ਹਮ ਭਗਵੰਤ ਤੁਮ ਚੀਨ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਜਿਵੇਂ ਆਪ ਜੀ ਦਾ ਹੁਕਮ ਹੈ, ਪ੍ਰਭ ਆਗਿਆ ਤੁਮ ਧਾਰਨ ਕੀਜੈ। ਇਨਕੋ ਇਕੱਠੇ ਕਹੀ ਤਰੀਜੈ। ਕਹਿਣ ਲੱਗੇ ਸਾਰਾ ਕੁਝ ਜਿਹੜਾ ਹੈ, ਸੇਲੀ ਟੋਪੀ ਆਦਿ, ਇਹਨਾਂ ਨੂੰ ਇੱਕ ਥਾਂ ਤੇ ਤੋਸ਼ੇ ਖਾਨੇ ਵਿੱਚ ਰੱਖ ਦਿਓ। ਸ੍ਰੀ ਗੁਰ ਸ੍ਰੀ ਮੁਖ ਅੱਜ ਬਸ ਭਾਕੇ, ਤੋਸ਼ੇ ਖਾਨੇ ਇਹ ਦਿਓ ਰਾਖੇ। ਔਰ ਮਹਾਰਾਜ ਨੇ ਇਸ ਤਰ੍ਹਾਂ ਫਿਰ ਬਚਨ ਕੀਤੇ, ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਬਚਨਾਂ ਨੂੰ ਮੰਨ ਕੇ ਇਹ ਸਾਰਾ ਕੁਝ ਸਾਧ ਸੰਗਤ ਜੀ ਤੋਸ਼ੇ ਖਾਨੇ ਦੇ ਵਿੱਚ ਰੱਖ ਦਿੱਤਾ ਗਿਆ। ਔਰ ਅਸ ਕੈ ਤੋਸ਼ੇ ਖਾਨੇ ਰਾਖੇ, ਸੇਲੀ ਆਦਿਕ ਪਾਂਜੋ ਭਾਖੇ। ਸਾਹਿਬ ਬੁੱਢੇ ਕਰ ਅਰਦਾਸ, ਦਈ ਪਾਗ ਗੁਰ ਕੋ ਰਹਿ ਰਾਸ। ਮਹਾਰਾਜ ਨੂੰ ਦਸਤਾਰ ਭੇਟ ਕੀਤੀ ਗਈ ਔਰ ਮਹਾਰਾਜ ਨੂੰ ਨਮਸਕਾਰ ਕੀਤੀ। ਸ੍ਰੀ ਗੁਰ ਪਾਗ ਬੱਧੀ ਨਿਜ ਸੀਸ, ਦਿਖ ਸਭ ਹੀ ਤਬ ਭਏ ਜਗੀਸ। ਇਸ ਤਰ੍ਹਾਂ ਸਾਰੇ ਮਹਾਰਾਜ ਦੇ ਦਰਸ਼ਨ ਕਰਕੇ ਬੜੇ ਪ੍ਰਸੰਨ ਹੋਏ ਨੇ ਕਿ ਸਾਡੇ ਮਾਲਕ ਨੇ। ਔਰ ਇੱਥੇ ਮਹਾਰਾਜ ਦੇ ਪਰਿਵਾਰ ਵਿੱਚੋਂ ਔਰ ਦੂਸਰੇ ਮਹਾਰਾਜ ਦੇ ਗੁਰੂ ਅਮਰਦਾਸ ਪਾਤਸ਼ਾਹ ਦੇ ਪਰਿਵਾਰ ਵਿੱਚੋਂ, ਗੁਰੂ ਅੰਗਦ ਸਾਹਿਬ ਦੇ ਪਰਿਵਾਰ ਵਿੱਚੋਂ ਵੀ ਸੰਬੰਧੀ ਜਿਹੜੇ ਪਹੁੰਚੇ ਹੋਏ ਨੇ। ਇਤਿਹਾਸ ਨੇ ਐਸਾ ਲਿਖਿਆ ਹੈ ਸੰਗਤ ਜੀ। ਅੱਗੇ ਫਿਰ ਮਹਾਰਾਜ ਨੇ ਕਿਰਪਾ ਕੀਤੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਇਹ ਦਸਤਾਰ ਦੀ ਮਰਿਆਦਾ ਸੀ, ਹਾੜ ਪ੍ਰਥਮੀ ਏਕਮ ਥਿਤ ਮਾਹੀ, ਹਰਗੋਬਿੰਦ ਗੁਰ ਪਾਗ ਬੰਧਾਹੀ। ਇਸ ਤਰ੍ਹਾਂ ਮਹਾਰਾਜ ਨੇ ਫਿਰ ਦੂਸਰਾ ਦਿਨ ਚੜ੍ਹਿਆ, ਹੁਕਮਨਾਮੇ ਦਿਨ ਦੁਤੀ ਲਿਖਾਏ, ਸ੍ਰੀ ਗੁਰ ਦੇਸਨ ਦੇਸ ਪਠਾਏ। ਮਹਾਰਾਜ ਨੇ ਹੁਕਮਨਾਮਾ, ਇੱਕ ਮਹਾਰਾਜ ਦਾ ਆਦੇਸ਼ ਜਿਹੜਾ ਹੈ, ਉਹ ਹੁਕਮ ਮਹਾਰਾਜ ਨੇ ਕੀਤਾ ਤੇ ਹਰ ਪਾਸੇ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਵਸਦੇ ਨੇ ਉਧਰ ਨੂੰ ਸਿੱਖਾਂ ਨੂੰ ਭੇਜਿਆ। ਐਸੇ ਬਾਚ ਜਾ ਮੈਂ ਲਿਖੇ, ਭੇਟ ਛਤਰ ਹੋਂ ਲਿਆਏ। ਮਹਾਰਾਜ ਕਹਿਣ ਲੱਗੇ ਉਸ ਹੁਕਮ ਦੇ ਰਾਹੀਂ ਕਿ ਸਾਡੇ ਕੋਲ ਜਿੰਨਾ ਆਉਣਾ ਹੈ, ਚੰਗੇ ਸ਼ਸਤਰ ਭੇਟਾ ਦੇ ਵਿੱਚ ਲੈ ਕੇ ਆਵੋ। ਔਰ ਮਹਾਰਾਜ ਨੇ ਇਹ ਵੀ ਕਿਹਾ ਚੰਗੇ ਘੋੜੇ ਤੇ ਚੰਗੇ ਨੌਜਵਾਨ ਜੁੱਸੇ ਵਾਲੇ ਲੋਕ ਜਿਹੜੇ ਨੇ ਸਾਡੇ ਪਾਸ ਆਉਣ। ਇਸ ਤਰ੍ਹਾਂ ਸੰਗਤ ਜੀ ਗੁਰਦਾਸ ਬੁੱਢੇ ਕੋ ਲੈ ਨਿਜ ਸਾਥ, ਤਖਤ ਆਰੰਭ ਕਰ ਦੀਨਾਨਾਥ। ਇਸ ਤਰ੍ਹਾਂ ਮਹਾਰਾਜ ਨੇ ਤਖਤ ਦੀ ਜਿਹੜੀ ਰਚਨਾ ਸੀ, ਜਿਵੇਂ ਇਤਿਹਾਸ ਕਹਿੰਦਾ ਕਰਤਾ ਪੁਰਖ ਵਾਹਿਗੁਰੂ ਦੇ ਉਹ ਪ੍ਰਤੱਖ ਸਰੂਪ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਹੇ ਅਰਦਾਸ, ਸ੍ਰੀ ਗੁਰ ਤਹਾਂ ਪੁਨ ਪ੍ਰਸਾਦ ਵਰਤਾਏ, ਪ੍ਰਥਮ ਨੀਵ ਸ੍ਰੀ ਗੁਰ ਰੱਖੀ, ਅਬਜਲ ਤਖਤ ਸੁਹਾਏ। ਇਸ ਤਰ੍ਹਾਂ ਮਹਾਰਾਜ ਨੇ ਆਪ ਤਖਤ ਦੀ ਜਿਹੜੀ ਆਰੰਭਤਾ ਹੈ ਸੰਗਤ ਜੀ ਕੀਤੀ ਹੈ। ਕਿਸੀ ਰਾਜ ਨੇ ਹਾਥ ਲਗਾਇਓ, ਬੁੱਢੇ ਆਓ ਗੁਰਦਾਸ ਬਣਾਇਓ। ਇਤਿਹਾਸਕਾਰ ਐਸਾ ਕਹਿੰਦੇ ਨੇ ਕਿ ਮਹਾਰਾਜ ਨੇ ਆਪ ਨਹੀਂ ਰੱਖੀ, ਭਾਈ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਨਾਲ ਸਹਿਯੋਗ ਦਿੱਤਾ। ਇਸ ਤਰ੍ਹਾਂ ਤਖਤ ਦੀ ਜਿਹੜੀ ਹੈ ਰਚਨਾ ਹੈ ਜੀ। ਖਚਤ ਰੇਖਤਾ ਤਖਤ ਆਕਾਰ, ਬਣਾਇਓ ਕਸ਼ਕ ਊਚ ਨਿਰਧਾਰ। ਇਸ ਤਰ੍ਹਾਂ ਸੰਗਤ ਜੀ ਉਸ ਤਖਤ ਦੀ ਰਚਨਾ। ਔਰ ਅੱਜ ਜਦੋਂ ਦੇਖਦੇ ਹਾਂ ਉਸ ਪਾਵਨ ਤਖਤ ਨੂੰ, ਤਾਂ ਵਿਦਵਾਨਾਂ ਨੇ ਐਸਾ ਲਿਖਿਆ ਹੈ ਕਿ ਤਖਤ ਜਿਹੜਾ ਹੈ ਉਹ 14 ਫੁੱਟ ਲੰਬਾ ਹੈ, 8 ਫੁੱਟ ਤਖਤ ਚੌੜਾ ਹੈ ਤੇ 7 ਫੁੱਟ ਉੱਚਾ ਹੈ। ਜਿਹੜਾ ਤਖਤ ਸਾਹਿਬ ਦੀ ਇਮਾਰਤ ਹੈ ਸੰਗਤ ਜੀ, ਇਹ ਬਹੁਤ ਬਾਅਦ ਵਿੱਚ ਬਣੀ। ਪਹਿਲਾਂ ਉਹੀ ਤਖਤ ਜਿਹੜਾ ਬਣਿਆ ਹੋਇਆ ਇੱਕ ਥੜਾ ਸੀ, ਜਿੱਥੇ ਮਹਾਰਾਜ ਆਪ ਬਿਰਾਜਮਾਨ ਹੁੰਦੇ ਸਨ। ਔਰ ਸਮੇਂ ਦੀ ਹਕੂਮਤ ਨੂੰ ਖੁੱਲ੍ਹਾ ਚੈਲੰਜ ਸੀ ਕਿ ਕੋਈ ਉੱਚੇ ਥਾਂ ਤੇ ਬੈਠ ਨਹੀਂ ਸਕਦਾ, ਸ਼ਸਤਰ ਨਹੀਂ ਰੱਖ ਸਕਦਾ, ਨਗਾਰਾ ਨਹੀਂ ਵਜਾ ਸਕਦਾ, ਨਿਸ਼ਾਨ ਨਹੀਂ ਚਲਾ ਸਕਦਾ। ਮਹਾਰਾਜ ਨੇ ਸਾਰਾ ਕੁਝ ਕੀਤਾ। ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਸ ਤਰ੍ਹਾਂ ਵਿਦਵਾਨ ਕਹਿੰਦੇ ਨੇ, ਇਹ ਬਿਦ ਤਖਤ ਬਣਾਇਓ ਸ੍ਰੀ ਗੁਰ ਆਪਣੇ ਹਾਥ, ਮਨੋ ਜਹਾਜ ਜਗ ਤਰਨ ਕੋ ਰਚਿਓ ਸੋ ਦੀਨਾਨਾਥ। ਵਿਦਵਾਨ ਕਹਿੰਦੇ ਨੇ
ਮਾਨੋ ਭਵਜਲ ਸੰਸਾਰ ਤੋਂ ਤਰਨ ਦੇ ਲਈ ਜਹਾਜ਼ ਰੂਪੇ ਤਖਤ ਦੀ ਰਚਨਾ ਮਹਾਰਾਜ ਨੇ ਆਪ ਕੀਤੀ ਹੈ। ਔਰ ਸਾਧ ਸੰਗਤ ਜੀ, ਜਦੋਂ ਤਖਤ ਦੀ ਇਹ ਰਚਨਾ ਹੋ ਗਈ ਔਰ ਸੰਗਤਾਂ ਨੂੰ ਹੁਕਮ ਮਿਲੇ ਤੇ ਮਹਾਰਾਜ ਦੇ ਹੁਕਮ ਮੰਨ ਕੇ ਦੇਸਨ ਦੇਸ ਨਦੇਸ ਸੁਨੀ ਗੁਰ ਆਵਤ ਵੇ ਪਵ ਸਭ ਉਸੂਰ ਅਪਾਰਾ। ਮਹਾਰਾਜ ਦਾ ਹੁਕਮ ਸੁਣ ਕੇ ਦੂਰੋਂ ਦੁਰਾਡਿਓਂ ਸੂਰਮੇ ਜਿਹੜੇ ਨੇ ਸਤਿਗੁਰੂ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਰਹੇ ਨੇ। ਸ਼ਸਤਰ ਔ ਅਸਤਰ ਲੀਏ ਗੁਰ ਭੇਟ, ਸੋ ਚਾਹ ਭਰੇ ਮਨ ਮਾਹੇ ਉਧਾਰਾ। ਇਸ ਤਰ੍ਹਾਂ ਮਹਾਰਾਜ ਦੀ ਸ਼ਸਤਰ ਤੇ ਅਸਤਰ ਘੋੜੇ ਲੈ ਕੇ ਔਰ ਮਹਾਰਾਜ ਦੇ ਕੋਲ ਚੰਗੀਆਂ ਤਲਵਾਰਾਂ ਤੇ ਉਸ ਸਮੇਂ ਦੇ ਹਥਿਆਰ ਜਿਹੜੇ ਸਨ ਉਹ ਲੈ ਕੇ ਗੁਰੂ ਦੇ ਸਿੱਖ ਜਿਹੜੇ ਹਾਜ਼ਰ ਹੋ ਰਹੇ ਨੇ। ਹਾੜ ਬਤੀਤ ਭਇਓ ਦਿਨ ਵੰਸ, ਸੋ ਸੰਗਤ ਆਏ ਗੁਰੂ ਨਿਕਟਾਰਾ। ਇਸ ਤਰ੍ਹਾਂ ਜਿਹੜਾ ਹਾੜ ਹੈ ਉਹ 20 ਦਿਨ ਲੰਘ ਗਿਆ ਤੇ ਮਹਾਰਾਜ ਦੇ ਕੋਲ ਸੰਗਤਾਂ ਆ ਰਹੀਆਂ ਨੇ ਔਰ ਵਿਦਵਾਨਾਂ ਦੀ ਆਪਣੀ ਉਡਾਰੀ ਹੁੰਦੀ ਹੈ। ਔਰ ਇਸ ਤਰ੍ਹਾਂ ਦਾ ਲਿਖਿਆ ਹੈ, ਦਾਸ ਰਤੀ ਜਸ ਤਿਲਕ ਕੇ ਹੇਤ ਐ ਸਭ ਭੂਪ ਲੈ ਦਰਬ ਅਪਾਰਾ। ਕਿ ਜਿਵੇਂ ਰਾਮਚੰਦਰ ਨੂੰ ਰਾਜ ਤਿਲਕ ਦੇਣ ਸਮੇਂ ਸਾਰੇ ਰਾਜੇ ਆਏ ਸਨ। ਗੁਰੂ ਕੇ ਦਰਬਾਰ ਦੀ ਮਹਿਮਾ ਮਹਾਨ ਹੈ, ਵਡਿਆਈ ਮਹਾਨ ਹੈ। ਇਸ ਵਡਿਆਈ ਨੂੰ ਕਿਸੇ ਹੋਰ ਦੇ ਨਾਲ ਸੰਗਤ ਜੀ ਜੋੜਿਆ ਨਹੀਂ ਜਾ ਸਕਦਾ। ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਗੁਰਮਤ ਦੇ ਅੰਦਰ, ਗੁਰਮਤ ਸਾਹਿਤ ਦੇ ਅੰਦਰ ਬਹੁਤ ਕੁਝ ਉਹ ਕੁਝ ਪਾ ਦਿੱਤਾ ਗਿਆ ਹੈ ਸਾਡਿਆਂ ਵੱਲੋਂ, ਬਗਾਨਿਆਂ ਵੱਲੋਂ, ਜਿਹੜਾ ਗੁਰੂ ਦੀ ਮੱਤ ਦੇ ਅਨੁਸਾਰ ਪੂਰਾ ਨਹੀਂ ਉਤਰਦਾ। ਲੋੜ ਹੈ, ਸਮੇਂ ਦੀ ਮੰਗ ਹੈ ਕਿ ਉਸ ਇਤਿਹਾਸ ਨੂੰ ਨਿਰਮਲ ਰੂਪ ਅੰਦਰ ਸਾਹਮਣੇ ਲਿਆਂਦਾ ਜਾਵੇ, ਪਰ ਇਸ ਗੱਲ ਨੂੰ ਕੋਈ ਸੁਣਨ ਲਈ ਤਿਆਰ ਨਹੀਂ। ਗੁਰਬਾਣੀ ਦੇ ਅੰਦਰ ਬਹੁਤ ਇਸ ਤਰ੍ਹਾਂ ਦੇ ਉਚਾਰਨ ਦੇ ਵਖਰੇਵੇਂ ਪਾ ਦਿੱਤੇ ਗਏ ਨੇ ਔਰ ਇਹਨਾਂ ਗੱਲਾਂ ਨੂੰ ਕੋਈ ਸੁਣਨ ਲਈ ਤਿਆਰ ਨਹੀਂ। ਜੇ ਕੋਈ ਗੱਲ ਕਰਦਾ ਹੈ ਤਾਂ ਉਹਦੀ ਪੱਗ ਲਾਉਣ ਲਈ ਅੱਗੋਂ ਤਿਆਰ ਬੈਠੇ ਨੇ। ਮਹਾਰਾਜ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਤਿਗੁਰੂ ਬੈਠਣ ਦੀ ਤੌਫੀਕ ਬਖਸ਼ਿਸ਼ ਕਰਨ। ਇਸ ਤਰ੍ਹਾਂ ਸੰਗਤ ਜੀ, ਸਾਹਿਬ ਬੁੱਢੇ ਅਸ ਕਹਾ ਸੁਨੋ ਪ੍ਰਭੂ ਸੁਖ ਪਾਏ। ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰਾਂ ਹੁਕਮ ਕੀਤਾ, ਛੁਤਰੀ ਔ ਨਿਸ਼ਾਨ ਜੋ ਢਾਡੀ ਲਿਹੋ ਮੰਗਾਏ। ਮਹਾਰਾਜ ਕਹਿਣ ਲੱਗੇ ਢਾਡੀਆਂ ਨੂੰ ਮੰਗਾਓ, ਨਗਾਰਾ ਮੰਗਾਓ। ਔਰ ਮਹਾਰਾਜ ਦਾ ਹੁਕਮ ਮੰਨ ਕੇ ਅਬਦਲ ਤਾਕਾ ਨਾਮ ਤਾਹੇ ਮਨ ਮੋਹ ਸੁਮਦਨਾ। ਇਸ ਤਰ੍ਹਾਂ ਸੰਗਤ ਜੀ, ਸੁਰ ਸਿੰਘ ਨਗਰ ਤੋਂ ਢਾਡੀ ਅਬਦਲ ਨੂੰ ਮੰਗਾਇਆ ਗਿਆ ਔਰ ਢਾਡੀ ਅਬਦਲ ਤੇ ਨੱਥਾ ਨੇ ਆਣ ਕੇ ਮਹਾਰਾਜ ਦੇ ਪਾਵਨ ਦਰਬਾਰ ਦੇ ਅੰਦਰ ਜੋ ਉਸਤਤ ਹੈ, ਜੋ ਵਡਿਆਈ ਹੈ ਉਹ ਕੀਤੀ। ਔਰ ਮਹਾਰਾਜ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਢਾਡੀਆਂ ਨੂੰ ਮਹਾਨ ਬਖਸ਼ਿਸ਼ਾਂ ਵਰਤਾਈਆਂ ਔਰ ਮਹਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੀਸ ਤੇ ਸੋਹਤ ਸੀਸ ਧਰੀ ਕਲਗੀ, ਰਬ ਕੀ ਪ੍ਰਭਤਾ ਤਿਕ ਦੇਖ ਲਜਾਵੇ। ਇਸ ਤਰ੍ਹਾਂ ਮਹਾਰਾਜ ਦੇ ਸੀਸ ਤੇ ਕਲਗੀ ਸੋਂਦੀ ਹੈ ਔਰ ਗੁਰੂ ਕੇ ਢਾਡੀਆਂ ਨੇ ਉਹ ਵਾਰ ਜਿਹੜੀ ਵਾਰ ਮਹਾਰਾਜ ਦੇ ਸਰਮੁਖ ਗਾਈ ਔਰ ਵਾਰ ਦੇ ਅੰਦਰ ਜਿਹੜੇ ਬੋਲ ਕਹੇ, ਪੱਗ ਤੇਰੀ ਕੀ ਜਹਾਂਗੀਰ ਦੀ। ਔਰ ਇਹ ਬੋਲ ਕਹੇ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਇਸ ਤਰ੍ਹਾਂ ਦੇ ਬਚਨ ਜਿਹੜੇ ਨੇ ਇਤਿਹਾਸ ਨੇ ਉਸ ਵਾਰ ਰੂਪ ਅੰਦਰ ਅੰਕਿਤ ਕੀਤੇ ਨੇ। ਸੰਗਤ ਜੀ, ਪ੍ਰਸੰਗ ਅੱਗੇ ਕਾਫੀ ਲੰਮਾ ਹੈ। ਕਿਵੇਂ ਮਹਾਰਾਜ ਦੇ ਨਾਲ ਉਸ ਸਮੇਂ 500 ਤੋਂ ਵੱਧ ਗੁਰੂ ਕੇ ਉਹ ਮਹਾਨ ਯੋਧੇ ਮਾਲਵੇ, ਦੁਆਬੇ ਤੇ ਮਾਝੇ ਦੀ ਧਰਤੀ ਤੋਂ ਆਣ ਕੇ ਹਾਜ਼ਰ ਹੋ ਗਏ ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਖਤ ਦੀ ਰਚਨਾ ਜਦੋਂ ਕਰ ਦਿੱਤੀ ਤਾਂ ਸੰਗਤ ਜੀ ਉਸ ਮਹਾਨ ਤਖਤ ਤੋਂ ਮਹਾਰਾਜ ਦੇ ਹੁਕਮ ਦੇ ਅਨੁਸਾਰ ਧਰਮ ਯੁੱਧ ਲੜੇ ਗਏ। ਔਰ ਇਹ ਕੁਦਰਤੀ ਗੱਲ ਹੈ, ਜਿੱਥੇ ਵੱਡੀਆਂ ਫੌਜਾਂ ਤਿਆਰ ਬਰ ਤਿਆਰ ਹੋਣ ਉੱਥੇ ਕਿਲੇ ਦੀ ਜ਼ਰੂਰਤ ਹੁੰਦੀ ਹੈ। ਮਹਾਰਾਜ ਨੇ ਲੋਹਗੜ੍ਹ ਦਾ ਕਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਸਥਾਪਿਤ ਕੀਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪਹਿਲਾ ਵੱਡਾ ਯੁੱਧ ਸ਼ਾਹਜਹਾਨ ਦੇ ਨਾਲ ਅੰਮ੍ਰਿਤਸਰ ਦੀ ਧਰਤੀ ਤੇ ਹੋਇਆ
ਪ੍ਰਸੰਗ ਆਪਾਂ ਸਾਰਾ ਉਹ ਸੁਣਿਆ ਹੈ ਗੁਰੂ ਕੇ ਢਾਡੀਆਂ ਤੋਂ, ਔਰ ਸੁਣ ਲੈਣਾ ਚਾਹੀਦਾ ਹੈ। 4 ਵੱਡੇ ਧਰਮ ਯੁੱਧ ਮਹਾਰਾਜ ਨੇ ਕੀਤੇ, 4 ਵਿੱਚ ਮਹਾਰਾਜ ਨੂੰ ਫਤਿਹ ਹੋਈ। ਪਹਿਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਯੁੱਧ ਸੰਗਤ ਜੀ, ਦੂਜਾ ਸ਼੍ਰੀ ਹਰਗੋਬਿੰਦਪੁਰ ਦਾ, ਤੀਜਾ ਮਾਲਵੇ ਦੀ ਧਰਤੀ ਗੁਰੂਸਰ ਮਹਾਰਾਜ ਦਾ, ਚੌਥਾ ਫਿਰ ਕਰਤਾਰਪੁਰ ਦਾ ਯੁੱਧ ਹੋਇਆ। ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਵੱਡ ਯੋਧੇ ਤੇ ਪਰਉਪਕਾਰੀ ਆਖਿਆ ਹੈ। ਇਹੀ ਕਾਰਨ ਸੀ ਜਦੋਂ ਚੰਦੂ ਦੇ ਪੁੱਤਰ ਨੂੰ ਔਰ ਘੇਰੜ ਦੇ ਪੁੱਤਰ ਰਤਨ ਚੰਦ ਉਧਰ ਕਰਮ ਚੰਦ ਨੂੰ ਮਹਾਰਾਜ ਦੇ ਸਨਮੁਖ ਭਾਈ ਵਿਧੀ ਚੰਦ ਨੇ ਫੜ ਕੇ ਲੈ ਆਂਦਾ। ਮਹਾਰਾਜ ਕਹਿਣ ਲੱਗੇ ਨਹੀਂ, ਇਹਨੂੰ ਧਰਮ ਯੁੱਧ ਦੇ ਅੰਦਰ ਹੀ ਸਜ਼ਾ ਦਿੱਤੀ ਜਾਵੇਗੀ। ਔਰ ਇਹੀ ਕਾਰਨ ਸੀ ਚੰਦੂ ਦੇ ਪੁੱਤਰ ਨੇ ਬੋਲ ਕਹੇ, ਦੀਨ ਦਿਆਲ ਗੁਰੂ ਸਮ ਨਾਹੀ, ਦੇਖੋ ਤੀਨ ਖੋਜ ਕੇ ਮਾਹੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੱਡ ਪਰ ਉਪਕਾਰੀ ਨੇ, ਵੱਡ ਯੋਧੇ ਨੇ ਔਰ ਬੰਦੀ ਛੋੜ ਦਾਤੇ ਬਣੇ। ਸਮੇਂ ਦੀ ਹਕੂਮਤ ਨੇ ਸਾਰਾ ਕੁਝ ਦੇਖਿਆ ਔਰ ਮਹਾਰਾਜ ਨੂੰ ਕਿਲੇ ਦੇ ਅੰਦਰ ਬੰਦੀ ਬਣਾ ਦਿੱਤਾ। ਸਤਿਗੁਰੂ ਕਿਲੇ ਤੋਂ ਬਾਹਰ ਆਉਣ ਤੋਂ ਪਹਿਲਾਂ ਮਹਾਰਾਜ ਨੇ ਫੈਸਲਾ ਕੀਤਾ, ਉਹ ਰਾਜੇ ਜਿਨ੍ਹਾਂ ਨੂੰ ਚੜ੍ਹਨ ਵਾਲੇ ਕੱਲ ਸੂਰਜ ਨੂੰ ਦੇਖਣ ਦੀ ਆਸ ਨਹੀਂ ਸੀ, ਮਹਾਰਾਜ ਨੇ ਉਹਨਾਂ ਨੂੰ ਰਿਹਾ ਕਰਵਾਇਆ। ਆਪ ਸਤਿਗੁਰੂ ਆਏ, ਐਸੇ ਮਹਾਨ ਬੰਦੀ ਛੋੜ, ਐਸੇ ਮਹਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। 5 ਪਿਆਲੇ 5 ਪੀਰ, ਪਿਆਲੇ ਹੈ ਦਇਆ ਧਰਮ ਸੰਤੋਖ। ਔਰ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਅਤੇ ਆਪ ਸਤਿਗੁਰੂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਸੰਗਤ ਜੀ ਇੱਕ ਗੱਲ ਯਾਦ ਰੱਖੀਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰੂ ਨਾਨਕ ਦੇ ਉਪਦੇਸ਼ ਅਨੁਸਾਰ ਜਿਸ ਦੀਆਂ ਨੀਹਾਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਰੱਖ ਦਿੱਤੀਆਂ ਸਨ, ਨਾਨਕ ਰਾਜ ਚਲਾਇਆ ਸੱਚ ਕੋਟ ਸੁਤਾਣੀ ਨੀਵਦੈ, ਉਸੇ ਹੀ ਰਾਜ ਨੂੰ, ਉਸੇ ਹਲੇਮੀ ਰਾਜ ਨੂੰ ਅੱਗੇ ਮਹਾਰਾਜ ਨੇ ਪ੍ਰਤੱਖ ਕੀਤਾ। ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਸਮੇਂ ਉਸ ਮਹਿਲ ਦੀ ਉਸਾਰੀ ਦੇ ਅੰਤਮ ਰੂਪ ਅੰਦਰ ਜਦੋਂ ਖਾਲਸੇ ਦੀ ਸਾਜਨਾ ਹੋਈ ਤਾਂ ਗੁੰਮਦ ਰੂਪ ਸੁਨਹਿਰੀ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਪ੍ਰਗਟ ਹੋਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਸਦਾ ਉਹ ਮਹਾਰਾਜ ਦੀ ਕਲਾ ਵਰਤਦੀ ਰਹੇਗੀ। ਔਰ ਆਪ ਜੀ ਭਾਗਾਂ ਵਾਲੇ, ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਹੋ ਜਿਨ੍ਹਾਂ ਗੁਰੂ ਕੀ ਸਿੱਖੀ ਧਾਰਨ ਕੀਤੀ ਹੈ। ਇਹ ਸਿੱਖੀ ਮਹਾਰਾਜ ਦੀ ਦਾਤ ਵੱਡੇ ਭਾਗਾਂ ਨਾਲ ਮਿਲਦੀ ਹੈ। ਬਿਨਾਂ ਸਮਾਂ ਗਵਾਇਆ ਗੁਰੂ ਕੀ ਪਾਵਨ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ, ਬਾਣੀ ਤੇ ਬਾਣੇ ਦੇ ਧਾਰਨ ਬਣੀਏ। ਆਉਣ ਵਾਲਾ ਸਮਾਂ ਸਾਡਾ ਬਹੁਤ ਵਧੀਆ ਤੇ ਸੁਨਹਿਰੀ ਹੋ ਸਕਦਾ। ਸਮੂਹ ਸੰਗਤਾਂ ਨੂੰ ਮਹਾਰਾਜ ਦੇ ਤਖਤ ਦੇ ਉਸ ਸਥਾਪਨਾ ਦੀਆਂ ਵਧਾਈਆਂ ਅਰਦਾਸ ਕਰੀਏ। ਤਖਤ ਤੇ ਬੈਠਣ ਵਾਲੇ ਗੁਰੂ ਦੇ ਹੁਕਮ ਅਨੁਸਾਰੀ ਹੋ ਕੇ ਫੈਸਲੇ ਕਰਨ ਤੇ ਸਾਡੇ ਅੰਦਰੋਂ ਸਮਰੱਥਾ ਆ ਜਾਵੇ। ਜਿਹੜਾ ਵੀ ਉੱਥੋਂ ਫੈਸਲਾ ਹੋਵੇ ਉਸ ਨੂੰ ਅਸੀਂ ਹਰ ਸਮੇਂ ਸੀਸ ਝੁਕਾ ਸਕੀਏ, ਗੁਰਮਤ ਅਨੁਸਾਰ ਹੋਏ ਫੈਸਲਿਆਂ ਨੂੰ ਪ੍ਰਵਾਨ ਕਰ ਸਕੀਏ ਜੀ। ਔਰ ਮਹਾਰਾਜ ਕਿਰਪਾ ਕਰਨ। ਬੜੇ ਬੜੇ ਲੋਕ ਜਿਹੜੇ ਕਹਿੰਦੇ ਸਨ ਤਖਤ ਨਹੀਂ ਰਿਹਾ, ਤਖਤ ਦੇ 5 ਪਿਆਰੇ ਕੌਣ ਨੇ? 17 ਸਾਲਾਂ ਬਾਅਦ ਉਹ ਨਿਹੰਗ ਸੰਤਾ ਸਿੰਘ ਸੰਗਤ ਜੀ ਲਕੀਰਾਂ ਕੱਢਦਾ ਹੋਇਆ ਕੋੜ ਦਾ ਰੋਗੀ ਹੋ ਗਿਆ ਸੀ, ਪਰ ਆਖਰ ਮਹਾਰਾਜ ਦੇ ਤਖਤ ਅੱਗੇ ਝੁਕਿਆ। ਤਖਤ ਦਾ ਇਹ ਬਿਰਦ ਹੈ, ਸੁਭਾਅ ਹੈ, ਹਟ ਨਹੀਂ। ਉੱਥੇ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਧਾ ਵਾਲਾ ਕੌਤਕ ਵਰਤਦਾ ਹੈ। ਸਤਿਗੁਰੂ ਕਿਰਪਾ ਕਰਨ। ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰਨੀਆਂ ਜੀ। ਆਓ ਗੁਰੂ ਫਤਿਹ ਦੀ ਸਾਂਝ ਪਾਈਏ। ਅਗਲੇ ਪ੍ਰੋਗਰਾਮ ਮਾਨਯੋਗ ਸਕੱਤਰ ਸਾਹਿਬ ਹੋਰਾਂ ਤੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਬੱਚੇ ਨੂੰ ਉੱਥੇ ਲਿਆ ਕੇ ਤੇ ਆ ਉਠਾਉਣਾ। 9 ਤਰੀਕ ਨੂੰ ਹੈਗਾ ਜੀ ਮੀਰੀ ਪੀਰੀ ਦਿਵਸ ਦੇ ਨਾਲ ਸ਼ਹੀਦੀ ਹੈ ਭਾਈ ਮਨੀ ਸਿੰਘ ਜੀ ਦੀ ਉਸ ਦਿਨ। 16 ਤਰੀਕ ਨੂੰ ਹੈ ਜੀ ਸੰਗਰਾਂਦ ਤੇ ਨਾਲ ਸ਼ਹੀਦੀ ਹੈ ਬੰਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ। ਸੋ ਅੱਗੇ ਚੱਲੀਏ। 14, 15, 16 ਤੇ 17 4 ਦਿਨ ਦੁੱਖ ਨਿਵਾਰਨ ਕੈਂਪ ਲੱਗ ਰਿਹਾ ਜੋ ਨੌਰਥ ਹਾਲ ਦੇ ਵਿੱਚ ਲੱਗਦਾ 2-3 ਵਾਰੀ ਸਾਲ 'ਚ। ਇਸ ਵਾਰੀ ਉਹ ਲੱਗ ਰਿਹਾ 14 ਤਰੀਕ ਤੋਂ ਸ਼ੁਰੂ ਹੋ ਕੇ। ਸਮਾਂ ਉਸ ਦਾ ਨੋਟ ਕਰ ਲਓ ਜੀ। 14 ਨੂੰ 2 ਵਜੇ ਬਾਅਦ ਦੁਪਹਿਰ ਤੋਂ ਸ਼ੁਰੂ ਹੋ ਕੇ ਸ਼ਾਮ ਦੇ 7 ਵਜੇ ਤੱਕ ਰੋਜ਼ ਹੋਇਆ ਕਰਨਾ। 5 ਘੰਟੇ ਦਾ ਪ੍ਰੋਗਰਾਮ ਵਿੱਚ ਗੈਪ ਹੈਗੇ, ਉਹਨਾਂ ਨੇ ਬ੍ਰੇਕ ਰੱਖੀਆਂ।
ਕੋਈ ਸਨੈਕ ਵਾਸਤੇ ਹੈ, ਕੋਈ ਲੰਗਰ ਵਾਸਤੇ ਹੈਗੀ ਹੈ। ਸੋ ਆਪ ਜੀ ਨੇ ਉਸ ਤੋਂ ਲਾਭ ਉਠਾਉਣਾ ਜੀ। ਆ ਹੁਣ ਭਾਈ ਸਾਹਿਬ ਪਹਿਲਾਂ ਆਖਣ ਸਿੰਘ ਜੀ ਦਾ ਜਥਾ ਆਪ ਜੀ ਨੂੰ ਠੀਕ 12:10 ਤੱਕ ਇਲਾਹੀ ਬਣ ਦੇ ਕੀਰਤਨ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹੇ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ गिरते, रख लीनी हर मेरे। आनंद गुण निधान गुरु गरीब निवार, गरीब निवार। तरत सुहावी ताल सुहावा, तरत सुहावी ताल सुहावा। विच अमृत जल छाया राम, विच अमृत जल छाया राम। तरत सुहावी ताल सुहावा, तरत सुहावी ताल सुहावा। संतां के कारज आप खलोया, संतां के कारज आप खलोया। हर कम करावण आया राम। हर कम करावण आया राम। तरत सुहावी ताल सुहावा, तरत सुहावी ताल सुहावा। विच अमृत जल छाया राम, विच अमृत जल छाया राम। तरत सुहावी ताल सुहावा, तरत सुहावी ताल सुहावा। अमृत जल छाया पूर्ण साज कराया। अमृत जल छाया पूर्ण साज कराया। सगल मनोरथ पूरे, जय जयकार पया जग अंतर। जय जयकार पया जग अंतर। लाते सगल विसूरे, लाते सगल विसूरे। तरत सुहावी ताल सुहावा, तरत सुहावी ताल सुहावा। विच अमृत जल छाया राम, विच अमृत जल छाया राम। तरत सुहावी ताल सुहावा, तरत सुहावी ताल सुहावा। पूरन पुरख अच्युत अविनाशी, पूरन पुरख
अच्युत अविनाशी जस वेद पुराणी गाया। जस वेद पुराणी गाया अपना बिरद रखिया परमेश्वर। अपना बिरद रखिया परमेश्वर नानक नाम धियाया। नानक नाम धियाया तरत सुहावी ताल सुहावा। तरत सुहावी ताल सुहावा विच अमृत जल छाया राम। विच अमृत जल छाया राम। तरत सुहावी ताल सुहावा। तरत सुहावी ताल सुहावा संतां के कारज आप खलोया। संतां के कारज आप खलोया हर कम करावण आया राम। हर कम करावण आया राम। तरत सुहावी ताल सुहावा। तरत सुहावी ताल सुहावा विच अमृत जल छाया राम। विच अमृत जल छाया राम। तरत सुहावी ताल सुहावा। तरत सुहावी। तरत सुहावी। तरत सुहावी ताल सुहावा। संतां के कारज आप खलोया हर कम करावण आया राम। तरत सुहावी ताल सुहावा विच अमृत जल छाया राम। ਭਾਗਾਂ ਵਾਲੇ ਹਾਂ ਜੋ ਕਿ ਮਾਲਕ ਦੇ ਦਰਬਾਰ ਵਿੱਚ ਮਾਲਕ ਦੀ ਗੋਦ ਵਿੱਚ ਸੱਚੇ ਪਿਤਾ ਦੀ ਗੋਦ ਵਿੱਚ ਆਪਾਂ ਜੁੜ ਬੈਠੇ ਹਾਂ। ਭਾਗਾਂ ਵਾਲਾ ਸਮਾਂ ਪ੍ਰਾਪਤ ਕਰ ਰਹੇ ਹਾਂ। ਇਸ ਨੂੰ ਆਖਦੇ ਨੇ ਕੀਮਤੀ ਸਮਾਂ। ਜਿਹੜਾ ਅਸੀਂ ਕੀਮਤੀ ਸਮਾਂ ਆਪਣੇ ਲਈ ਆਖਦੇ ਹਾਂ ਕਿ ਕੀਮਤੀ ਸਮਾਂ ਛੱਡ ਕੇ ਅਸੀਂ ਗੁਰੂ ਦਰਬਾਰ ਵਿੱਚ ਆਏ ਹਾਂ, ਨਹੀਂ। ਜੇ ਕੋ ਏਕ ਕਰੇ ਚੰਗਿਆਈ ਮਨ ਚਿਤ ਬਹੁਤ ਬਫਾਵੈ। ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛੋਤਾਵੇ। ਜਦੋਂ ਮਨੁੱਖ ਕੋਈ ਚੰਗਾ ਕੰਮ ਕਰਦਾ ਹੈ ਆਖਦਾ ਹੈ ਇਹ ਮੈਂ ਕੀਤਾ। ਜੇ ਉਸ ਹੀ ਕੋਲੋਂ ਕੋਈ ਮਾੜਾ ਕਰਮ ਹੋ ਜਾਏ ਤੇ ਆਖਦਾ ਹੈ ਇਹ ਜਿਵੇਂ ਮਾਲਕ ਨੇ ਕਰਾਇਆ ਤਿਉਂ ਹੋ ਗਿਆ। ਪਰ ਨਹੀਂ, ਸਾਹਿਬ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਜਦੋਂ ਕੋਈ ਚੰਗੇ ਕੰਮ ਕਰਦੇ ਹਾਂ, ਵਡਿਆਈਆਂ ਪ੍ਰਾਪਤ ਕਰਦੇ ਹਾਂ, ਤੇ ਇਹ ਜਾਣੋ ਕਿ ਉਹ ਸਭ ਕੁਝ ਮਾਲਕ ਆਪ ਦਿਵਾ ਰਿਹਾ ਹੈ। ਜੇ ਕੋ ਏਕ ਕਰੇ, ਤੇ ਸਾਹਿਬ ਜੀ ਕਹਿੰਦੇ ਨੇ ਚੰਗਾ ਕੰਮ ਕਰਦਾ ਹੈ। ਜੇ ਕੋ ਏਕ ਕਰੇ ਚੰਗਿਆਈ ਮਨ ਚਿੱਤ ਬਹੁਤ ਵਫਾਵੇ, ਆਪਣਾ ਰਹਿ ਨਹੀਂ ਸਕਦੇ। ਪਰ ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛੋਤਾਵੇ। ਕਦੇ ਝਾਤ ਮਾਰੀ ਹੈ, ਮਨਾਂ ਵਿੱਚ ਵੇਖਿਆ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਉਸ ਮਾਲਕ ਨੇ ਸੋਹਣਾ ਸੁੰਦਰ ਸਰੀਰ ਦਿੱਤਾ ਹੈ, ਤੇ ਸਰੀਰ ਵੀ ਸਰੀਰ ਦੇ ਸੰਸਾਰ ਵਿੱਚ ਬਹੁਤ ਨੇ। ਸਰੀਰ ਦੇ ਕਰਕੇ ਉਸ ਦੇ ਵਿੱਚ ਉੱਚੀ ਮੱਤ ਪ੍ਰਦਾਨ ਕੀਤੀ ਹੈ, ਮਨ ਨੀਵਾ। ਕਹਿਣ ਲਈ ਨਹੀਂ, ਸਤਿਗੁਰਾਂ ਨੇ ਆਪ ਨੀਵੇਂ ਹੋ ਕੇ ਤੇ ਵਡਿਆਈਆਂ ਦੀ ਝੋਲੀਆਂ ਭਰੀਆਂ ਹਨ। ਭਾਈ ਜੇਠਾ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ,
ਪਹਿਲਣਾ ਜੀ। ਹਰ ਇੱਕ ਗੁਰੂ ਨੇ ਉਸ ਮਾਲਕ ਦੇ ਹੁਕਮ ਵਿੱਚ ਰਹਿ ਕਰਕੇ ਵਡਿਆਈ ਪ੍ਰਾਪਤ ਕੀਤੀ ਹੈ, ਸੀਸਾ ਪ੍ਰਾਪਤ ਕਰਕੇ। ਫਿਰ ਸਾਹਿਬ ਜੀ ਕਹਿੰਦੇ ਨੇ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾਂ। ਮੈਂ ਭਾਗਾਂ ਵਾਲਾ ਸਮਾਂ ਦੱਸ ਰਿਹਾ ਹਾਂ ਆਪ ਜੀ ਨੂੰ, ਜਿੱਥੇ ਆਪਾਂ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਾਂ। ਆਪ ਜੀ ਨੂੰ ਅਤੀ ਸਤਿਕਾਰਯੋਗ ਗਿਆਨੀ ਜਗਬੀਰ ਸਿੰਘ ਜੀ ਹੁਣਾਂ ਨੇ ਬੜੇ ਹੀ ਸੁਚੱਜੇ ਢੰਗ ਤਰੀਕੇ ਨਾਲ ਆਪ ਜੀ ਨੂੰ ਦਰਸਾਇਆ ਹੈ। ਉਹ ਸਮਾਂ ਜਿਵੇਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੱਕ ਸਿੱਖੀ ਦੀ ਲਹਿਰ ਇਸ ਤਰ੍ਹਾਂ ਸੰਸਾਰ ਦੇ ਵਿੱਚ ਬੜੇ ਹੀ ਜ਼ੋਰਾਂ ਸ਼ੋਰਾਂ ਤੇ ਬੜੇ ਹੀ ਤਕੜੇ ਰੂਪ ਵਿੱਚ ਹੋ ਕਰਕੇ ਜੋ ਉਗਰੀ, ਤੇ ਉਸ ਵੇਲੇ ਦੇ ਜਿਹੜੇ ਰਾਜੇ ਸਨ ਉਹਨਾਂ ਨੂੰ ਲੱਗਿਆ ਕਿ ਹੁਣ ਸਾਡਾ ਰਾਜ ਖਤਮ ਹੈ, ਸਾਡੀ ਬੋਲੀ ਖਤਮ ਹੈ। ਤੇ ਉਦੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਕਿ ਇਹਨਾਂ ਨੂੰ ਡਰਾਈਏ, ਪੈਸੇ ਦੇ ਕਰਕੇ ਇਹ ਜਿਹੜੀ ਕੌਮ ਹੈ ਦਬ ਜਾਏਗੀ। ਹੋਇਆ ਕਿ ਸ਼ਹੀਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ, ਸ਼ਹੀਦੀ ਪ੍ਰਾਪਤ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਸ ਵੇਲੇ ਤਕਰੀਬਨ ਉਮਰ 9 ਸਾਲ ਦੇ ਕਰੀਬ ਮੰਨੀ ਜਾਂਦੀ ਹੈ। ਛੋਟੀ ਉਮਰਾਂ ਹਨ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਜਦੋਂ ਗੱਦੀ ਤੇ ਬਿਠਾਏ ਗਏ ਤੇ ਉਸ ਵਕਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਕਰੀਬਨ 1606 ਵਿੱਚ ਗੱਦੀ ਤੇ ਬੈਠੇ ਤੇ ਤਿਆਰੀ ਕੀਤੀ। 3 ਸਾਲਾਂ ਦੇ ਅੰਦਰ ਅੰਦਰ ਬੜੀ ਤਿਆਰੀ ਕੀਤੀ ਤੇ 1609 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ, ਥੜਾ ਬਣਾਇਆ ਤੇ ਉਸ ਦੀ ਨੀਂਹ ਵੀ ਆਪ ਸਤਿਗੁਰਾਂ ਨੇ ਆਪਣੇ ਹੱਥੀਂ ਰੱਖੀ ਤੇ ਉਸ ਦਾ ਜਿਹੜਾ ਬਾਕੀ ਦਾ ਕਾਰਜ ਕੰਮ ਉਹ ਰੂਹਾਂ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੇ ਉਸ ਨੂੰ ਤਿਆਰ ਕੀਤਾ। ਤੇ ਉਸ ਦਿਨ ਨੂੰ ਆਪਾਂ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਾਂ। ਤੇ ਉਹ ਥਾਂ ਕਿਹੜੀ ਹੈ? ਆਗਿਆ ਪਈ ਅਕਾਲ ਕੀਰਤ ਵਿੱਚ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉੱਥੋਂ ਸਾਡੀ ਸਿੱਖੀ ਦੀ ਜਿਹੜੀ ਵੀ ਗੱਲਬਾਤ ਸਾਨੂੰ ਉੱਥੋਂ ਪ੍ਰਾਪਤ ਹੁੰਦੀਆਂ ਹਨ, ਵਿਚਾਰਾਂ, ਉਹ ਸਾਨੂੰ ਮੰਨਣੀਆਂ ਚਾਹੀਦੀਆਂ ਨੇ। ਸੋ ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਅੱਜ ਆਪਾਂ ਇਸ ਸਮੇਂ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਤੇ ਨਾਲ ਨਾਲ ਜਿਸ ਗੁਰੂ ਘਰ ਵਿੱਚ ਆਪ ਜੀ ਸਾਰੇ ਬੈਠੇ ਹੋ, ਇੱਥੇ ਵੀ ਮਾਲਕ ਨੇ ਅਪਾਰ ਰਹਿਮਤ ਬਖਸ਼ਿਸ਼ ਕੀਤੀ ਹੈ। ਆਪ ਸਾਰਿਆਂ ਨੂੰ ਪਤਾ ਹੋਵੇਗਾ ਕਿ ਕੁਝ ਦਿਨਾਂ ਦੇ ਅੰਦਰ ਅੰਦਰ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਜਿਹੜਾ ਸਥਾਨ ਹੈ ਬਾਹਰ ਨੌਰਥ ਹਾਲ ਤੇ ਸਾਊਥ ਹਾਲ, ਇਹਨਾਂ ਦੇ ਉੱਪਰ ਦੀ ਜਿਹੜੀ ਬਿਲਡਿੰਗ ਆ ਉਸਾਰੀ ਜਿਹੜੀ ਹੈ ਉਹ ਕੁਝ ਸਮੇਂ ਤੱਕ ਕੀਤੀ ਜਾਵੇਗੀ, ਤਾਂ ਕਿ ਉਸ ਦੇ ਲਈ ਸਮੂਹ ਪ੍ਰਬੰਧਕ ਕਮੇਟੀ, ਸਮੂਹ ਸੰਗਤਾਂ ਨੇ ਉਪਰਾਲਾ ਕੀਤਾ, ਅਰਦਾਸ ਬੇਨਤੀ ਮਾਲਕ ਦੇ ਚਰਨਾਂ ਵਿੱਚ ਕੀਤੀ। ਸੋ ਉਹ ਕਾਰਜ ਜਿਹੜਾ ਹੈ ਸਿਰੇ ਚੜਿਆ ਹੈ। ਸਤਿਗੁਰੂ ਜੀ ਕਿਰਪਾ ਕਰਨ। ਇਸ ਕਰਕੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਉਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ ਦੇ ਮੁੱਖ ਵਾਕ ਅਨੁਸਾਰ। ਸੋ ਆਓ ਮਿਲ ਕੇ ਕੁਝ ਸਮਾਂ ਹੈ ਮਾਲਕ ਦੀ ਬਾਣੀ ਦੇ ਨਾਲ ਜੁੜਨਾ ਕਰੀਏ। सच्चे की सिर का जुग जुग जानिए, जुग जुग जानिए, जुग जुग जानिए, जुग जुग
जानिए, जुग जुग जानिए, सच्चे की सिर का जुग जुग जानिए, सच्चे की सिर का जुग जुग जानिए, 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 सच्चे की सिर का जुग जुग जानिए, सच्चे की सिर का जुग जुग जानिए। हुक्म ने सिर दा डर दी बाणीए, हुक्म मन्ने सिर दा डर दी बाणीए, जुग जुग जानिए, जुग जुग जानिए, जुग जुग जानिए, जुग जुग जानिए, सच्चे की सिर का जुग जुग जानिए, सच्चे की सिर का जुग जुग जानिए। जाति दे क्या हथ सच परखिए, जाति दे क्या हथ सच परखिए, मोरा हो मैं हथ मरिए चकिए, मोरा हो मैं हथ मरिए चकिए, मरिए चकिए, मरिए चकिए, सच्चे की सिर का जुग जुग जानिए, सच्चे की सिर का जुग जुग जानिए, 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 सच्चे की सिर का जुग जुग जानिए, सच्चे की सिर का जुग जुग जानिए। हुक्म मन्ने सिर दा डर दी बाणीए, हुक्म मन्ने सिर दा डर दी बाणीए, फुरमानी है का खसम पठाया, फुरमानी है का खसम पठाया, तब बाज विचार शब्द सुनाया, तब बाज विचार शब्द सुनाया, शब्द सुनाया, शब्द सुनाया, सच्चे की सिर का जुग जुग जानिए, सच्चे की सिर का जुग जुग जानिए, 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 सच्चे की सिर का जुग जुग जानिए, सच्चे की सिर का जुग जुग जानिए।
सिर का जुग जुग जानिए, सच्चे की सिर का जुग जुग जानिए, 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 सच्चे की सिर का जुग जुग जानिए, सच्चे की सिर का जुग जुग जानिए, सच्चे की सिर का जुग जुग जानिए। सच पुराना होवे नाही, सच पुराना होवे नाही, सीता कदे न पाटे, नानक साहिब सच्चो सच्चा, नानक साहिब सच्चो सच्चा, तिचर जापी जापे, तिचर जापी जापे, वेल पियाया कत पुनाया, कट टुट कर कुंभ चढ़ाया, लोहा पट्टे दर्जी पाड़े, सुई धागा सीवे, एओ पत पाटी सिपती सीपे, एओ पत पाटी सिपती सीपे, नानक जीवत जीवे, नानक जीवत जीवे, सच्चे की सिर का जुग जुग जानिए, सच्चे की सिर का जुग जुग जानिए, जुग जुग जानिए, होए पुराना सप्पड़ पाटे, सुई धागा कंडे, मां पक के चले नाही, कड़ी मुहत किछ हंडे, सच पुराना होवे नाही, सीता कदे न पाटे, सीता कदे न पाटे, सच्चे की सिर का जुग जुग जानिए, सच्चे की सिर का